प्यारे बच्चों, पंजाबी की क्लास में तुहाडा सब का स्वागत है। असी 9वीं जमात का एक अध्याय शुरू किया होया सी जिसका नाम है मुड़ वेख्या पिंड, जो कि बलराज साहनी द्वारा लिखा गया है। असी पिछली वीडियोज़ दे विच देखा कि किवें जो लेखक है अपने पिंड पाकिस्तान दे विच उसका पिंड है भेरा, ਉਹਦੇ ਵਿੱਚ ਜਦੋਂ ਉਹ ਪਹੁੰਚਦਾ ਹੈ ਜਾਂ ਉੱਥੇ ਪਹੁੰਚਣ ਦੇ ਲਈ ਉਹ ਕਿੰਨਾ ਉਤਸੁਕ ਹੈ ਅਤੇ ਉਹਦੇ ਮਨ ਦੇ ਵਿੱਚ ਕਿੰਨੇ ਹੀ ਖਿਆਲ ਨੇ ਜੋ ਉਸ ਪਿੰਡ ਨੂੰ ਦੇਖਣ ਦੇ ਲਈ ਉੱਭਰ ਰਹੇ ਨੇ। ਆਪਾਂ ਦੇਖਦੇ ਹਾਂ ਕਿ ਅਗਲੇ ਪੈਰਾਗ੍ਰਾਫ ਦੇ ਵਿੱਚ ਉਹ ਕੀ ਕਹਿੰਦਾ ਹੈ। ਚੌਥੇ ਪੈਰਾਗ੍ਰਾਫ ਦੀ ਗੱਲ ਕਰੀਏ ਤਾਂ ਉਹ ਕਹਿੰਦਾ ਕਿ ਸਾਡੀ ਗਲੀ ਦੀ ਨੁੱਕਰ ਉੱਤੇ ਇੱਕ ਖੂਹ ਹੁੰਦਾ ਸੀ। ਇਹ ਲੇਖਕ ਨੂੰ ਇੱਕ ਪੁਰਾਣੀ ਜਿਹੜੀ ਗੱਲ ਹੈ ਉਹ ਯਾਦ ਹੈ ਕਿ ਜਦੋਂ ਉਹ ਜਿੱਥੇ ਰਹਿੰਦਾ ਸੀ ਉਸ ਗਲੀ ਦੀ ਜਿਹੜੀ ਨੁੱਕਰ ਸੀ, ਕੋਨਾ ਸੀ, ਕਾਰਨਰ ਦੇ ਉੱਤੇ ਇੱਕ ਖੂਹ ਹੁੰਦਾ ਸੀ ਅਤੇ ਉਹਦੇ ਬਿਲਕੁਲ ਐਨ ਸਾਹਮਣੇ ਕਹਿੰਦੇ ਮੇਰੇ ਚਾਚਾ ਜੀ ਦਾ ਘਰ ਸੀ। ਮੋਕਲੇ ਜਿਹੇ ਗਲੀਆਂ ਦੇ ਮੇਲ ਉੱਪਰ ਸਾਰਾ ਦਿਨ ਜਨਾਨੀਆਂ ਚਰਖੇ ਡਾ ਕੇ ਘੂਕਰ ਮਚਾਈ ਰੱਖਦੀਆਂ ਸਨ। ਜਿਹੜੀਆਂ ਲੇਡੀਜ਼ ਸੀ ਉਹ ਬਿਲਕੁਲ ਗਲੀ ਮੁਹੱਲੇ ਦੇ ਵਿੱਚ ਇਕੱਠੀਆਂ ਹੋ ਕੇ, ਮੋਕਲੇ ਹੁੰਦਾ ਚੌੜੇ ਚੌੜੇ ਜਿਹੇ ਖੁੱਲ੍ਹੇ ਰਸਤੇ, ਉੱਥੇ ਜਿਹੜੀਆਂ ਔਰਤਾਂ ਸੀ ਉੱਥੋਂ ਦੀਆਂ ਜਨਾਨੀਆਂ ਔਰਤਾਂ ਉਹ ਚਰਖੇ ਡਾ ਕੇ ਉਹ ਬੈਠੀਆਂ ਰਹਿੰਦੀਆਂ ਸਨ। ਕੁੱਕਰ ਹੁੰਦਾ ਆਵਾਜ਼, ਜੋ ਚਰਖੇ ਦੀ ਆਵਾਜ਼ ਹੁੰਦੀ ਹੈ ਉਹ ਸਾਰਾ ਦਿਨ ਗੂੰਜਦੀ ਰਹਿੰਦੀ। ਅਤੇ ਮੇਰੇ ਚਾਚਾ ਜੀ ਦੇ ਘਰ ਦਾ ਦਰਵਾਜ਼ਾ ਪੁਰਾਣੇ ਢੰਗ ਦਾ ਸੀ, ਲੱਕੜੀ ਉੱਤੇ ਬਿਹਤਰੀਨ ਚੌਪਕਾਰੀ ਦਾ ਕੰਮ ਸੀ। ਜਿਹੜਾ ਲੱਕੜ ਦਾ ਦਰਵਾਜ਼ਾ ਸੀ ਉਹਨਾਂ ਦੇ ਘਰ ਦਾ ਪੁਰਾਣੇ ਢੰਗ ਦਾ ਸੀ, ਪਰ ਉਹਦੇ ਉੱਤੇ ਬਹੁਤ ਹੀ ਸੁੰਦਰ ਨਮੂਨੇ ਜਿਹੜੇ ਸੀ ਉਹ ਪਾਏ ਹੋਏ ਸੀ। ਬੜਾ ਸੋਹਣਾ ਦਰਵਾਜ਼ਾ ਬਣਿਆ ਹੋਇਆ ਸੀ। ਬੜੀਆਂ ਮੁਸ਼ਕਿਲਾਂ ਨਾਲ ਖੂਹ ਤਾਂ ਲੱਭ ਪਿਆ, ਪਰ ਆਸ-ਪਾਸ ਨਾ ਕੋਈ ਗਲੀ ਨਾ ਮਕਾਨ। ਖੂਹ ਤਾਂ ਮਿਲ ਗਿਆ, ਪਰ ਉਹਦੇ ਆਲੇ ਦੁਆਲੇ ਹੁਣ ਕਹਿੰਦੇ ਕੋਈ ਗਲੀ ਅਤੇ ਕੋਈ ਮਕਾਨ ਨਹੀਂ ਸੀ। ਇੰਝ ਜਾਪਿਆ ਜਿਵੇਂ ਹੁਣੇ ਕੋਈ ਹਵਾਈ ਹਮਲਾ ਹੋਇਆ ਹੋਵੇ ਅਤੇ ਹਰ ਪਾਸੇ ਮਲਬੇ ਦੇ ਢੇਰ ਲੱਗੇ ਹੋਣ। ਉਸ ਨੂੰ ਐਂ ਲੱਗ ਰਿਹਾ ਸੀ ਕਿ ਸਾਰਾ ਇਹ ਉਜਾੜ ਹੈ, ਜਿਵੇਂ ਇੱਦਾਂ ਲੱਗ ਰਿਹਾ ਕਿ ਹੁਣੇ ਸ਼ਾਇਦ ਕਿਸੇ ਨੇ ਕੋਈ ਹਮਲਾ ਕੀਤਾ ਅਤੇ ਇੱਥੇ ਸਾਰੀਆਂ ਜਿਹੜੀਆਂ ਇਮਾਰਤਾਂ ਨੇ ਉਹ ਢਹਿ ਢੇਰੀ ਹੋ ਗਈਆਂ। ਕੋਈ ਬਿਰਲੀ ਇਮਾਰਤ ਹੀ ਜਿਹੜੀ ਹੈ ਉਹ ਸਾਬਤ ਖੜੀ ਸੀ। ਸਾਥੀਆਂ ਨੇ ਹਿੰਮਤ ਦਵਾਈ ਅਤੇ ਪੁੱਛਾ ਕੇ ਚੌਧਰੀ ਗੁਲਾਮ ਮੁਹੰਮਦ ਦਾ ਘਰ ਲੱਭਿਆ। ਜਿਹੜੇ ਉਸ ਦੇ ਨਾਲ ਸਾਥੀ ਸੀ ਉਹਨਾਂ ਨੇ ਆਪਸ ਦੇ ਵਿੱਚ ਗੱਲਬਾਤ ਕੀਤੀ ਅਤੇ ਚੌਧਰੀ ਗੁਲਾਮ ਮੁਹੰਮਦ ਦਾ ਘਰ ਲੱਭਿਆ ਅਤੇ ਥੋੜ੍ਹਾ ਚਿਰ ਉਡੀਕਣ ਤੋਂ ਬਾਅਦ ਉਹ ਬਾਹਰ ਆਏ। ਮੇਰੀ ਹੀ ਉਮਰ ਦੇ ਸਨ, ਜੋ ਜਿਸ ਨੂੰ ਉਹਨਾਂ ਨੇ ਮਿਲਿਆ, ਜਿਨ੍ਹਾਂ ਨੂੰ ਉਹ ਮਿਲੇ ਉਹ ਲੇਖਕ ਦੀ ਉਮਰ ਦੇ ਹੀ ਲੱਗ ਰਹੇ ਸਨ। ਵੇਖਦਿਆਂ ਸਾਰ ਮੈਨੂੰ ਉਹਨਾਂ ਦਾ ਬਚਪਨ ਦਾ ਰੂਪ ਵੀ ਚੇਤੇ ਆ ਗਿਆ। ਬਚਪਨ ਵਿੱਚ ਅਸੀਂ ਇਕੱਠੇ ਖੇਡੇ ਸੀ। ਮੈਂ ਉਹਨਾਂ ਨੂੰ ਆਪਣੀ ਪਛਾਣ ਕਰਾਈ। ਮੇਰੇ ਪਿਤਾ ਜੀ ਦਾ ਨਾਂ ਸੁਣਦਿਆਂ ਸਾਰ ਉਹ ਮੇਰੇ ਗੱਲ ਨਾਲ ਆ ਲੱਗੇ ਅਤੇ ਜ਼ਾਰੋ-ਜ਼ਾਰ ਰੋਣ ਲੱਗੇ। ਜਦੋਂ ਆਪਾਂ ਨੂੰ ਵੀ ਆਪਾਂ ਸੋਚ ਕੇ ਦੇਖੀਏ ਨਾ, ਜਦੋਂ ਆਪਾਂ ਨੂੰ ਆਪਣੇ ਪੁਰਾਣੇ ਬਚਪਨ ਦਾ ਕੋਈ ਫਰੈਂਡ ਮਿਲੇ ਤਾਂ ਆਪਾਂ ਕਿੰਨੇ ਖੁਸ਼ ਹੁੰਦੇ ਹਾਂ, ਅਤੇ ਇਹ ਖੁਸ਼ੀ ਦੇ ਜਿਹੜੇ ਆਂਸੂ ਸੀ ਉਹ ਇੱਕ ਦੂਜੇ ਦੇ ਜਦੋਂ ਉਹ ਗੱਲ ਲੱਗੇ ਤਾਂ ਉਹ ਆਂਸੂ ਜਿਹੜੇ ਸੀ ਉਹਨਾਂ ਦੇ ਉਹ ਛਲਕ ਪਏ। ਜ਼ਾਰੋ-ਜ਼ਾਰ ਰੋਣਾ ਬਹੁਤ ਰੋਣਾ, ਬਹੁਤ ਰੋਏ ਉਹ ਆਪਸ ਦੇ ਵਿੱਚ ਗੱਲ ਲੱਗ ਕੇ। ਦਾਦੇ ਪੋਤਰੇ ਭਰਾ ਸਾਂ ਦੋਵੇਂ, ਇੱਕ ਖੂਨ, ਪਰ ਵੰਡ ਤੋਂ ਬਾਅਦ ਉਹ ਮੁਸਲਮਾਨ ਹੋ ਗਏ ਸਨ ਅਤੇ ਮੈਂ ਹਿੰਦੂ ਰਹਿ ਗਿਆ ਸਾਂ। ਉਹ ਪਾਕਿਸਤਾਨੀ ਸਨ, ਮੈਂ ਹਿੰਦੁਸਤਾਨੀ। ਸਾਡੀਆਂ ਜੁੜੀਆਂ ਹੋਈਆਂ ਬਾਹਾਂ ਅਤੇ ਛਾਤੀਆਂ ਦੇ ਵਿਚਕਾਰ ਇੱਕ ਖਾਈ ਸੀ, ਇਤਨੀ ਲੰਬੀ ਅਤੇ ਚੌੜੀ ਜਿਸ ਦਾ ਕੋਈ ਹਿਸਾਬ ਨਹੀਂ ਸੀ। ਇੱਕ ਦੂਜੇ ਦੇ ਦਿਲ ਦੀਆਂ ਧੜਕਣਾਂ ਮਹਿਸੂਸ ਕਰਦੇ ਹੋਏ ਵੀ ਅਸੀਂ ਇਸ ਖਾਈ ਤੋਂ ਗਾਫਲ ਨਹੀਂ ਹੋ ਸਕੇ। ਇੱਕ ਅਕਲਪਿਤ ਪਰਿਸਥਿਤੀ ਨੇ ਮੈਨੂੰ ਇਤਨਾ ਬੌਂਦਲਾ ਛੱਡਿਆ ਕਿ ਮੈਨੂੰ ਰੋਣ ਵੀ ਨਹੀਂ ਆਇਆ। ਇਹ ਉਸ ਸਮੇਂ ਦਾ ਬਿਆਨ ਜਿਹੜਾ ਹੈ ਲੇਖਕ ਇੰਨੇ ਭਾਵੁਕ ਵੇ ਦੇ ਵਿੱਚ ਕਰ ਰਿਹਾ ਕਿ ਜਿਵੇਂ ਮੈਨੂੰ ਕਹਿੰਦੇ ਪੁਰਾਣਾ ਦੋਸਤ ਤਾਂ ਮਿਲਿਆ, ਉਹ ਮੇਰੇ ਗੱਲ ਲੱਗ ਕੇ ਰੋਣ ਲੱਗਿਆ ਅਤੇ ਮੈਨੂੰ ਇੱਦਾਂ ਲੱਗਿਆ ਫਿਰ ਵੀ ਕਿ ਅਸੀਂ ਭਾਵੇਂ ਇੱਕੋ ਹੀ ਖੂਨ ਦੇ, ਸਾਡਾ ਜਿਹੜਾ ਖੂਨ ਹੈ ਉਹ ਇੱਕੋ ਹੀ ਰੰਗ ਦਾ ਹੈ, ਪਰ ਜਦੋਂ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੋਈ ਅਸੀਂ ਹਿੰਦੂ ਅਤੇ ਮੁਸਲਮਾਨ ਬਣ ਗਏ। ਤਾਂ ਇਹ ਜਿਹੜਾ ਹਿੰਦੂ ਮੁਸਲਮਾਨ ਸੀ ਇਹ ਕਹਿੰਦੇ ਇੱਕ ਇਸ ਤਰ੍ਹਾਂ ਦੀ ਇੱਕ ਖਾਈ ਦੇ ਵਾਂਗ ਜਾਪ ਰਿਹਾ ਸੀ ਸਾਨੂੰ। ਇਹ ਜਿਹੜਾ ਜਾਤ ਪਾਤ ਦਾ ਰਿਸ਼ਤਾ ਜੋ ਸਾਡੇ ਵਿਚਕਾਰ ਇੱਕ ਹਿੰਦੂ ਅਤੇ ਪਾਕਿਸਤਾਨ ਦੀ ਜਿਹੜਾ ਇੱਕ ਫਾਸਲਾ ਸੀ ਉਹ ਇਸ ਤਰ੍ਹਾਂ ਜਾਪ ਰਿਹਾ ਸੀ ਜਿਵੇਂ ਇੱਕ ਲੰਬੀ ਚੌੜੀ ਖਾਈ ਹੁੰਦੀ ਹੈ ਦੋ ਰਸਤਿਆਂ ਦੇ ਵਿਚਕਾਰ, ਅਤੇ ਅਸੀਂ ਭਾਵੇਂ ਇੱਕ ਦੂਜੇ ਦੀਆਂ ਧੜਕਣਾਂ ਮਹਿਸੂਸ ਕਰ ਰਹੇ ਸਾਂ ਪਰ ਇਸ ਖਾਈ ਦੇ ਵਿੱਚੋਂ ਨਿਕਲ ਨਹੀਂ ਪਾ ਰਹੇ ਸਾਂ। ਉਹ ਸਾਨੂੰ ਖਾਈ ਇਸ ਤਰ੍ਹਾਂ ਲੱਗ ਰਹੀ ਸੀ ਜਿਵੇਂ ਕਿ ਮੈਂ ਇਸ ਪਰਿਸਥਿਤੀ ਨੂੰ ਦੇਖ ਕੇ ਸਾਰਾ ਬੌਂਦਲ ਗਿਆ ਅਤੇ ਮੈਨੂੰ ਰੋਣ ਵੀ ਨਹੀਂ ਆਇਆ। ਮੈਨੂੰ ਕੋਈ ਰੋਣਾ ਵੀ ਨਹੀਂ ਆ ਰਿਹਾ ਸੀ।
ਉਸ ਤੋਂ ਅਗਲੇ ਪੈਰਾਗ੍ਰਾਫ ਦੇ ਵਿੱਚ ਦੇਖੋ, ਕਹਿੰਦਾ ਫਿਰ ਉਹ ਸਾਨੂੰ ਘਰ ਦੇ ਅੰਦਰ ਲੈ ਗਏ। ਘਰ ਨਵਾਂ ਬਣਾਇਆ ਸੀ, ਬਾਹਰ ਟਿੱਬਾ ਸੀ ਜਿਵੇਂ ਸਾਡੇ ਘਰ ਦੇ ਸਾਹਮਣੇ ਹੁੰਦਾ ਸੀ। ਇਸ ਉੱਪਰੋਂ ਲੰਘਦੀ ਚਿੱਟਾ ਬੁਰਕਾ ਪਾਈ ਉਹਨਾਂ ਦੀ ਪਤਨੀ ਮੇਰੀ ਭਾਬੀ ਮਕਾਨ ਦੇ ਪਿਛਵਾੜੇ ਚਲੀ ਗਈ। ਚੌਧਰੀ ਸਾਹਿਬ ਨੇ ਅੰਦਰ ਜਾ ਕੇ ਉਹਨਾਂ ਨੂੰ ਚਾਹ ਪਾਣੀ ਦਾ ਆਹਰ ਕਰਨ ਲਈ ਕਿਹਾ। ਫਿਰ ਉਹਨਾਂ ਦਾ 18 ਕੁ ਵਰ੍ਹਿਆਂ ਦਾ ਲੜਕਾ ਅੰਦਰ ਆਇਆ। ਅਨਵਰ ਨਾਂ ਸੀ ਸ਼ਾਇਦ ਉਹਦਾ। ਉਹਨੇ ਮੇਰੇ ਪੈਰੀ ਹੱਥ ਲਾਇਆ। ਮੈਂ ਪਿੱਠ ਉੱਤੇ ਹੱਥ ਫੇਰ ਕੇ ਅਸੀਸਾਂ ਦਿੱਤੀਆਂ। ਮਤਲਬ ਇਸ ਪੈਰੇ ਦੇ ਵਿੱਚ ਉਹ ਬਿਆਨ ਕਰਦੇ ਨੇ ਕਿ ਕਿਵੇਂ ਉਹ ਅੰਦਰ ਲੈ ਕੇ ਗਏ, ਜਿਹੜਾ ਮੁਹੰਮਦ ਸੀ ਉਸ ਨੂੰ ਅੰਦਰ ਲੈ ਕੇ ਗਿਆ ਅਤੇ ਲੇਖਕ ਨੂੰ ਅੰਦਰ ਬਿਠਾਇਆ। ਆਪਣੀ ਪਤਨੀ ਨੂੰ ਉਹਨਾਂ ਦੇ ਲਈ ਚਾਹ ਪਾਣੀ ਬਣਾਉਣ ਦੇ ਲਈ ਕਿਹਾ। ਫਿਰ ਉਸਦਾ ਬੇਟਾ ਸੀ ਜੋ ਅਨਵਰ, ਉਹ ਆਇਆ ਅਤੇ ਉਹਦੇ ਪੈਰੀ ਹੱਥ ਲਗਾ ਕੇ, ਜਿਵੇਂ ਆਪਣੇ ਘਰ ਦੇ ਵਿੱਚ ਇਹ ਆਪਣੇ ਸੰਸਕਾਰ ਹੁੰਦੇ ਨੇ ਕਿ ਜਦੋਂ ਕੋਈ ਆਪਣੇ ਘਰ ਆਉਂਦਾ ਤਾਂ ਆਪਾਂ ਉਹਨਾਂ ਨੂੰ ਖੁਸ਼ੀ ਨਾਲ ਮਿਲਦੇ ਹਾਂ, ਉਹਨਾਂ ਦੇ ਪੈਰੀ ਹੱਥ ਲਗਾਉਂਦੇ ਨੇ ਬੱਚੇ ਜਿਹੜੇ ਹੁੰਦੇ ਨੇ। ਤਾਂ ਇਸੇ ਤਰ੍ਹਾਂ ਜੋ ਵੱਡਿਆਂ ਦੀਆਂ ਅਸੀਸਾਂ ਨੇ ਉਹ ਲਈਆਂ ਜਾਂਦੀਆਂ ਨੇ। 40 ਵਰ੍ਹੇ ਕੋਈ ਘੱਟ ਨਹੀਂ ਹੁੰਦੇ। ਅਤੇ ਫਿਰ ਜਦੋਂ ਅਸਾਂ ਨਿੱਕਿਆਂ ਨੇ ਭੇਰੇ ਦਾ ਸਭ ਕੁਝ ਛੱਡ ਦਿੱਤਾ ਤਾਂ ਮਾਂ ਪਿਓ ਨੇ ਇੱਥੇ ਆ ਕੇ ਕੀ ਕਰਨਾ ਸੀ। ਮਤਲਬ 40 ਸਾਲ ਇੱਕ ਜ਼ਿੰਦਗੀ ਦੇ ਕੋਈ ਛੋਟਾ ਸਮਾਂ ਨਹੀਂ ਹੁੰਦਾ, ਬਹੁਤ ਲੰਬਾ ਸਮਾਂ ਹੁੰਦਾ ਹੈ। ਕਹਿੰਦੇ ਜਦੋਂ ਅਸੀਂ ਇਹ ਸਾਰਾ ਕੁਝ ਛੱਡ ਹੀ ਦਿੱਤਾ, ਭੇਰਾ ਪਿੰਡ ਹੀ ਛੱਡ ਦਿੱਤਾ, ਤਾਂ ਮਾਪਿਆਂ ਨੇ ਇੱਥੇ ਆ ਕੇ ਕੀ ਕਰਨਾ ਸੀ। ਮੈਂ ਚੌਧਰੀ ਸਾਹਿਬ ਤੋਂ ਆਪਣੇ ਮਕਾਨ ਬਾਰੇ ਪੁੱਛਿਆ, ਪਰ ਉਹਨਾਂ ਗੋਲ-ਮੋਲ ਜਿਹਾ ਜਵਾਬ ਦਿੱਤਾ। ਹਕੀਕਤਨ ਉਹਨਾਂ ਨੂੰ ਯਾਦ ਨਹੀਂ ਸੀ ਰਿਹਾ ਕਿ ਚਾਚਿਆਂ ਤਾਇਆਂ ਦੇ ਅਨੇਕਾਂ ਮਕਾਨਾਂ ਵਿੱਚੋਂ, ਮਤਲਬ ਉਹਨਾਂ ਨੇ ਜਦੋਂ ਗੱਲ ਕੀਤੀ ਕਿ ਮੇਰਾ ਮਕਾਨ ਕਿੱਥੇ ਹੈ, ਲੇਖਕ ਨੇ ਉਹਨਾਂ ਦੇ ਬਾਰੇ ਪੁੱਛਿਆ, ਉਸ ਮਕਾਨ ਬਾਰੇ ਪੁੱਛਿਆ, ਤਾਂ ਚੌਧਰੀ ਨੇ ਬੜੇ ਗੋਲ-ਮੋਲ ਜਿਹੇ ਤਰੀਕੇ ਦੇ ਨਾਲ ਜਵਾਬ ਦੇ ਦਿੱਤਾ ਕਿ ਕਿਉਂਕਿ ਸ਼ਾਇਦ ਉਸ ਨੂੰ ਯਾਦ ਨਹੀਂ ਸੀ ਕਿ ਚਾਚੇ ਤਾਇਆਂ ਦੇ ਅਨੇਕਾਂ ਮਕਾਨਾਂ ਦੇ ਵਿੱਚੋਂ ਕਿਹੜਾ ਮੇਰੇ ਪਿਤਾ ਜੀ ਦਾ ਹੁੰਦਾ ਸੀ। ਪਰ ਉਹਨਾਂ ਦੀ ਇਸ ਬੇਅਰਥ ਜਿਹੀ ਖਾਮੋਸ਼ੀ ਉੱਤੇ ਮੈਨੂੰ ਸ਼ੱਕ ਪੈਣ ਲੱਗ ਪਿਆ ਕਿ ਜਿਸ ਮਕਾਨ ਵਿੱਚ ਮੈਂ ਬੈਠਾ ਹੋਇਆ ਹਾਂ, ਇਹ ਸਾਡਾ ਮਕਾਨ ਹੈ। ਚੌਧਰੀ ਸਾਹਿਬ ਨੇ ਢੁਆ ਕੇ ਆਪਣੀ ਜ਼ਮੀਨ ਨਾਲ ਰਲਾ ਲਿਆ ਹੈ ਅਤੇ ਇਹ ਨਵੇਂ ਕਮਰੇ ਪਾ ਲਏ ਹਨ। ਮਤਲਬ ਉਸਨੂੰ ਆਪਣੀ ਜਗ੍ਹਾ ਦਾ ਅਹਿਸਾਸ ਹੋ ਰਿਹਾ ਸੀ ਜਿੱਥੇ ਉਸਨੇ ਆਪਣੇ ਬਚਪਨ ਦੇ 10-12 ਸਾਲ ਗੁਜ਼ਾਰੇ ਸੀ। ਉਸ ਨੂੰ ਇੰਝ ਲੱਗ ਰਿਹਾ ਸੀ ਕਿ ਜਿੱਥੇ ਉਹ ਬੈਠਾ ਸ਼ਾਇਦ ਇਹ ਉਸੇ ਦਾ ਹੀ ਮਕਾਨ ਹੈ। ਅਤੇ ਹੁਣ ਇਹ ਜਿਹੜਾ ਚੌਧਰੀ ਮੁਹੰਮਦ ਹੈ, ਇਸ ਨੇ ਜਿਹੜਾ ਮਕਾਨ ਹੈ ਉਹ ਪੁਰਾਣਾ ਢਾਹ ਕੇ ਅਤੇ ਆਪਣੇ ਹੁਣ ਨਵੇਂ ਕਮਰੇ ਬਣਾ ਲਏ, ਪਰ ਜ਼ਮੀਨ ਉਹੀ ਹੈ। ਮੋਰਲੇ ਟਿੱਬੇ ਨੂੰ ਵੇਖ ਕੇ ਮੇਰਾ ਸ਼ੱਕ ਹੋਰ ਵੀ ਪੱਕਾ ਹੋਈ ਜਾ ਰਿਹਾ ਸੀ, ਕਿਉਂਕਿ ਉੱਥੇ ਟਿੱਬੇ ਸੀ ਜੋ ਉਹਨਾਂ ਨੂੰ ਦੇਖ ਕੇ ਉਸਨੂੰ ਇੰਝ ਲੱਗ ਰਿਹਾ ਸੀ ਕਿ ਸ਼ਾਇਦ ਇਹ ਸਾਡਾ ਮਕਾਨ ਹੈ। ਪਰ ਮੈਨੂੰ ਇੰਝ ਹੋ ਜਾਣ ਦਾ ਰੰਜ ਕੋਈ ਨਹੀਂ ਸੀ ਮਹਿਸੂਸ ਹੋ ਰਿਹਾ। ਰੰਜ ਦਾ ਮਤਲਬ ਹੁੰਦਾ ਜਿਵੇਂ ਗੁੱਸਾ ਗਿਲਾ, ਕਿਉਂਕਿ ਉਹਨੂੰ ਇਹ ਗੁੱਸਾ ਨਹੀਂ ਆ ਰਿਹਾ ਸੀ ਇਸ ਚੀਜ਼ ਦਾ ਕਿ ਇਹ ਮਕਾਨ ਜਿਹੜਾ ਹੈ ਢਾਹ ਕੇ ਉਸਨੇ ਨਵਾਂ ਬਣਾ ਲਿਆ ਹੈ, ਕਿਉਂਕਿ ਉਸਨੂੰ ਲੱਗਦਾ ਸੀ ਕਿ ਹੁਣ ਵੀ ਸ਼ਾਇਦ ਕੋਈ ਨਹੀਂ ਆਏਗਾ ਇਸ ਮਕਾਨ ਦੇ ਵਿੱਚ, ਤਾਂ ਉਸਨੇ ਬਣਾ ਲਿਆ ਹੋਣਾ। ਉਸਨੂੰ ਇਸ ਗੱਲ ਦਾ ਕੋਈ ਗਿਲਾ ਸ਼ਿਕਵਾ ਨਹੀਂ ਸੀ, ਸਗੋਂ ਬੜੀ ਤਸੱਲੀ ਸੀ ਕਿ ਖਾਨਦਾਨੀ ਚੀਜ਼ ਆਪਣੇ ਹੀ ਵੀਰ ਦੇ ਕੰਮ ਆ ਗਈ। ਸਗੋਂ ਉਸਨੂੰ ਇਹ ਮਾਣ ਮਹਿਸੂਸ ਹੋ ਰਿਹਾ ਸੀ, ਤਸੱਲੀ ਸੀ ਕਿ ਚਲੋ ਮੇਰਾ ਖਾਨਦਾਨੀ ਜਿਹੜਾ ਮਕਾਨ ਸੀ ਉਹ ਕਿਸੇ ਨੇ ਤਾਂ ਸਾਂਭਿਆ ਹੋਇਆ ਹੈ, ਜਿਸ ਨੇ ਸਾਂਭਿਆ ਹੋਇਆ ਹੈ ਉਹ ਵੀ ਉਸ ਦੇ ਬਚਪਨ ਦਾ ਹੀ ਯਾਰ ਦੋਸਤ ਹੈ ਅਤੇ ਉਹ ਉਸ ਦੇ ਭਰਾਵਾਂ ਵਰਗਾ ਹੈ। ਅਤੇ ਚਲੋ ਇਹ ਚੀਜ਼ ਜਿਹੜੀ ਜਗ੍ਹਾ ਹੈ ਉਸ ਦੇ ਕੰਮ ਆ ਗਈ। ਇਸ ਗੱਲ ਦੀ ਉਸਨੂੰ ਖੁਸ਼ੀ ਵੀ ਸੀ। ਪਰ ਮੇਰੇ ਸਾਥੀਆਂ ਨੂੰ ਮੇਰੇ ਦਿਲ ਵਿੱਚ ਉੱਠ ਰਹੀਆਂ ਦਲੀਲਾਂ ਦਾ ਕਿਵੇਂ ਇਲਮ ਹੋ ਸਕਦਾ ਹੈ। ਮਤਲਬ ਉਸਨੂੰ ਜਿਹੜੇ ਉਹਦੇ ਨਾਲ ਸਾਥੀ ਸੀ ਉਹ ਕਹਿੰਦਾ ਇਹਨਾਂ ਲੋਕਾਂ ਨੂੰ ਕੀ ਪਤਾ ਕਿ ਮੇਰੇ ਅੰਦਰ ਕੀ ਜਿਹੜੇ ਖਿਆਲ ਨੇ ਉਹ ਉੱਠ ਰਹੇ ਨੇ, ਕੀ ਮੈਂ ਜਾਣਕਾਰੀ ਜਿਹੜੀ ਹੈ ਉਹ ਹਾਸਲ ਕਰਨਾ ਚਾਹੁੰਦਾ ਹਾਂ, ਜਾਂ ਮੈਂ ਕੀ ਇਹਨਾਂ ਤੋਂ ਪੁੱਛਣਾ ਚਾਹੁੰਦਾ। ਕਹਿੰਦੇ ਉਹਨਾਂ ਨੂੰ ਇਸ ਬਾਰੇ ਵਿੱਚ ਕੋਈ ਪਤਾ ਨਹੀਂ ਹੈ। ਉਹ ਘੜੀ ਮੁੜੀ ਵਕਤ ਦੀ ਤੰਗੀ ਵੱਲ ਇਸ਼ਾਰਾ ਕਰਦੇ ਅਤੇ ਕਹਿੰਦੇ ਆਪਣਾ ਮਕਾਨ ਵੀ ਤੋਂ ਢੂੰਡੀਏ। ਮਤਲਬ ਉਸਨੂੰ ਇਹ ਸੀ ਵੀ ਕਿਉਂਕਿ ਉਹ 3 ਘੰਟਿਆਂ ਦੇ ਲਈ ਆਇਆ ਹੋਇਆ ਸੀ ਸਿਰਫ, ਤਾਂ ਉਹ 3 ਘੰਟੇ ਬਸ ਇਉਂ ਹੀ ਬੀਤਦੇ ਜਾ ਰਹੇ ਸਨ। ਤਾਂ ਉਹ ਸਾਥੀ ਕਹਿਣ ਲੱਗੇ ਕਿ ਚੱਲ ਹੁਣ ਆਪਣਾ ਮਕਾਨ ਵੀ ਤਾਂ ਲੱਭੀਏ, ਢੂੰਡੀਏ ਮਤਲਬ ਲੱਭੀਏ। ਮੈਂ ਉਹਨਾਂ ਨੂੰ ਟਾਲ ਛੱਡਦਾ, नहीं, अपने भाई से मिल लिया है, अब मुझे मकान देख के क्या करना है। उसने अगों जवाब दिया कि नहीं, मैंने अपने भाई से मिल लिया तो मैंने अब मकान देख के क्या करना है। उसनों इस गल दे विच तसल्ली हो गई कि नहीं, क्योंकि उसनों शक सी कि जिस जगह के उत्ते मैं बैठा हाँ यह मेरे उसे ही मकान का हिस्सा है, उसे ही मकान की ज़मीन है, इसलिए वो किसी होर थां दे उत्ते जाण दे लई राज़ी नहीं सी ते ओह गल नूं टाल रहा सी। तां इन्ना को आपां अज पढ़ांगे, बाकी दी अगली वीडियो आपां कल देखांगे कि
ਅੱਗੇ ਇਸ ਪਾਠ ਦੇ ਵਿੱਚ ਕੀ ਹੁੰਦਾ ਹੈ। ਧੰਨਵਾਦ।